ਦਿੱਲੀ ਦੇ ਵਿੱਚ ਨਵਜੋਤ ਸਿੰਘ ਸਿੱਧੂ ਨੂੰ ਲੈ ਕੇ ਹਲਚਲ। ਪ੍ਰਿਯੰਕਾ ਗਾਂਧੀ ਦੇ ਨਾਲ ਹੋਈ ਮੁਲਾਕਾਤ, ਪਰ ਰਾਹੁਲ ਨਾਲ ਅਜੇ ਤੱਕ ਨਹੀਂ ਹੋਈ ਗੱਲਬਾਤ। ਹਾਈ ਕਮਾਂਡ ਦੇ ਵਿੱਚ ਚੱਲ ਰਿਹਾ ਪੰਜਾਬ ਨੂੰ ਲੈ ਕੇ ਮੰਥਨ। ਸਿੱਧੂ ਦੇ ਦਿੱਲੀ ਦੌਰੇ ਦੇ ਵਿਚਾਲੇ ਆਪਣਾ ਕਿਲਾ ਮਜ਼ਬੂਤ ਕਰਨ ਦੇ ਵਿੱਚ ਜੁਟੇ ਕੈਪਟਨ ਕੱਲ ਲੰਚ ਦੇ ਉੱਤੇ ਇਕੱਠੇ ਹੋਣਗੇ ਕਰੀਬੀ ਵਿਧਾਇਕ। ਕੁਝ ਦਿਨਾਂ 'ਚ ਦਿੱਲੀ 'ਚ ਹਾਈ ਕਮਾਂਡ ਦੇ ਨਾਲ ਵੀ ਹੋਣੀ ਹੈ ਫੈਸਲਾਕੁਨ ਮੁਲਾਕਾਤ। ਸੁਖਬੀਰ ਬਾਦਲ ਤੇ ਨਵਜੋਤ ਸਿੰਘ ਸਿੱਧੂ ਦੇ ਵਿਚਾਲੇ ਵਾਰ ਪਲਟਵਾਰ। ਸੁਖਬੀਰ ਨੇ ਸਿੱਧੂ ਨੂੰ ਦੱਸਿਆ ਮਿਸਗਾਈਡਡ ਮਿਜ਼ਾਈਲ। ਸਿੱਧੂ ਦਾ ਜਵਾਬ, ਕਿਹਾ ਸਮਝਦਾਰ ਹਾਂ ਤੇ ਤੁਹਾਡਾ ਕਰਪਟ ਬਿਜ਼ਨਸ ਤਬਾਹ ਕਰਨ ਦਾ ਇਰਾਦਾ ਹੈ। ਬਿਆਸ ਦੇ ਵਿੱਚ ਸੁਖਬੀਰ ਬਾਦਲ ਨੇ ਮਾਰੀ ਰੇਡ। ਮਾਈਨਿੰਗ ਕਰ ਰਹੇ ਲੋਕ ਮੌਕੇ ਤੋਂ ਭੱਜੇ। ਸੁਖਬੀਰ ਦਾ ਇਲਜ਼ਾਮ, ਦਰਿਆ ਦੇ ਕੰਢੇ ਹੋ ਰਹੀ ਸੀ ਨਜਾਇਜ਼ ਮਾਈਨਿੰਗ। ਕਿਸਾਨ ਅੰਦੋਲਨ ਤੇ ਹਰਿਆਣਾ ਦੇ ਸੀਐਮ ਦਾ ਵੱਡਾ ਸ਼ਬਦੀ ਵਾਰ, ਕਿਹਾ ਅੰਦੋਲਨ ਦੇ ਵਿੱਚ ਲੁੱਟੀ ਜਾ ਰਹੀ ਹੈ ਮਹਿਲਾਵਾਂ ਦੀ ਇੱਜ਼ਤ। ਪ੍ਰਦਰਸ਼ਨਕਾਰੀਆਂ ਨੇ ਬਦਨਾਮ ਕਰ ਦਿੱਤਾ ਹੈ ਕਿਸਾਨ ਵਰਗਾ ਪਵਿੱਤਰ ਸ਼ਬਦ। ਬਠਿੰਡਾ ਦੇ ਵਿੱਚ ਕਿਸਾਨਾਂ ਦੇ ਵੱਲੋਂ ਬੀਜੇਪੀ ਆਗੂ ਸ਼ਵੇਤ ਮਲਿਕ ਦਾ ਵਿਰੋਧ। ਏਮਜ਼ ਹਸਪਤਾਲ ਪਹੁੰਚੇ ਸਨ ਸ਼ਵੇਤ ਮਲਿਕ, ਕਿਹਾ ਕਿਸੇ ਵੀ ਬੀਜੇਪੀ ਆਗੂ ਨੂੰ ਨਹੀਂ ਕਰਨ ਦਿਆਂਗੇ ਸਮਾਗਮ। ਫਰੀਦਾਬਾਦ ਦੇ ਪਿੰਡ ਖੋਰੀ ਦੇ ਵਿੱਚ ਮਾਹੌਲ ਤਣਾਅਪੂਰਨ। ਪਿੰਡ ਵਾਲਿਆਂ ਨੇ ਪੁਲਿਸ ਤੇ ਕੀਤੀ ਪੱਥਰਬਾਜ਼ੀ। ਪੁਲਿਸ ਨੇ ਕੀਤਾ ਲਾਠੀ ਚਾਰਜ। ਮਹਾਪੰਚਾਇਤ ਤੋਂ ਪਹਿਲਾਂ ਪਿੰਡ ਵਾਸੀਆਂ ਤੇ ਪੁਲਿਸ ਦੇ ਵਿੱਚ ਝੜਪ। ਪਟਿਆਲਾ ਦੇ ਵਿੱਚ ਬੇਰੁਜ਼ਗਾਰਾਂ ਤੇ ਪੁਲਿਸ ਦੇ ਵਿਚਾਲੇ ਝੜਪ। ਪੁਲਿਸ ਨੂੰ ਚਕਮਾ ਦੇ ਕੇ ਸੀਐਮ ਰਿਹਾਇਸ਼ ਤੱਕ ਪਹੁੰਚੇ ਪ੍ਰਦਰਸ਼ਨਕਾਰੀ। ਪੁਲਿਸ ਨੇ ਕੀਤੇ ਗ੍ਰਿਫਤਾਰ। ਮੁਫਤ ਬਿਜਲੀ ਤੇ ਆਮ ਆਦਮੀ ਪਾਰਟੀ ਦਾ ਦਾਅਵਾ, ਕਿਹਾ ਸਰਕਾਰ ਬਣਨ ਤੇ ਹਰ ਮਹੀਨੇ 300 ਯੂਨਿਟ ਦੇਾਂਗੇ ਮੁਫਤ ਬਿਜਲੀ। 2 ਮਹੀਨੇ ਦੇ ਬਿੱਲ ਦੇ ਵਿੱਚ 600 ਯੂਨਿਟ ਮੁਫਤ ਬਿਜਲੀ ਦੇਣ ਦਾ ਕੀਤਾ ਵਾਅਦਾ। ਕੇਂਦਰ ਨੂੰ ਕਰੋਨਾ ਕਰਕੇ ਜਾਨ ਗਵਾਉਣ ਵਾਲਿਆਂ ਦੇ ਪਰਿਵਾਰਾਂ ਨੂੰ ਦੇਣਾ ਹੀ ਹੋਵੇਗਾ ਮੁਆਵਜ਼ਾ। ਸੁਪਰੀਮ ਕੋਰਟ ਦਾ ਵੱਡਾ ਫੈਸਲਾ, ਕਿਹਾ ਸਰਕਾਰ ਜਲਦ ਤੈਅ ਕਰੇ ਰਾਸ਼ੀ। ਸਤਿ ਸ੍ਰੀ ਅਕਾਲ, ਸਵਾਗਤ ਹੈ। ਗੌਰਵ ਸ਼ੁਕਲਾ ਮੈਂ ਹਾਂ ਤੁਹਾਡੇ ਨਾਲ। ਬੁਲੇਟਿਨ ਦਾ ਆਗਾਜ਼ ਕਰਨ ਜਾ ਰਹੇ ਹਾਂ ਇੱਕ ਵੱਡੀ ਖਬਰ ਦੇ ਨਾਲ। ਕਿਸਾਨ ਅੰਦੋਲਨ ਦੇ ਉੱਤੇ ਹਰਿਆਣਾ ਦੇ ਸੀਐਮ ਮਨੋਹਰ ਲਾਲ ਖੱਟਰ ਦਾ ਵੱਡਾ ਬਿਆਨ ਸਾਹਮਣੇ ਆਇਆ ਹੈ, ਜੇ ਉਹਨਾਂ ਨੇ ਕਿਹਾ ਕਿ ਕਿਸਾਨ ਪਵਿੱਤਰ ਸ਼ਬਦ ਸੀ, ਇਹਨਾਂ ਨੇ ਬਦਨਾਮ ਕਰ ਦਿੱਤਾ। ਪ੍ਰਦਰਸ਼ਨਕਾਰੀਆਂ ਦੇ ਉੱਤੇ, ਕਿਸਾਨ ਜਥੇਬੰਦੀਆਂ ਦੇ ਆਗੂਆਂ ਦੇ ਉੱਤੇ ਹਰਿਆਣਾ ਦੇ ਮੁੱਖ ਮੰਤਰੀ ਵਰਦੇ ਹੋਏ ਨਜ਼ਰ ਆ ਰਹੇ ਨੇ ਤੇ ਕਹਿ ਰਹੇ ਨੇ ਕਿ ਕਿਸਾਨ ਵਰਗਾ ਪਵਿੱਤਰ ਸ਼ਬਦ ਇਹਨਾਂ ਨੇ ਬਦਨਾਮ ਕਰ ਦਿੱਤਾ। ਅੰਦੋਲਨ ਦੇ ਵਿੱਚ ਔਰਤਾਂ ਦੀ ਇੱਜ਼ਤ ਲੁੱਟੀ ਜਾ ਰਹੀ ਹੈ। ਬਰਦਾਸ਼ਤ ਕਰਨ ਦੀ ਵੀ ਕੋਈ ਹੱਦ ਹੁੰਦੀ ਹੈ। ਜਿਸ ਦਿਨ ਟਕਰਾਅ ਹੋਇਆ ਸਬਰ ਟੁੱਟ ਜਾਵੇਗਾ। ਤਾਂ ਕਿਸਾਨਾਂ ਦਾ ਅੰਦੋਲਨ ਲਗਾਤਾਰ ਜਾਰੀ ਹੈ। ਦਿੱਲੀ ਦੀਆਂ ਬਰੂਹਾਂ ਦੇ ਉੱਤੇ ਕਹੀਏ ਕਿ ਹਰਿਆਣਾ ਦੇ ਵਿੱਚ, ਦਿੱਲੀ ਹਰਿਆਣਾ ਦੇ ਬਾਰਡਰ ਦੇ ਉੱਤੇ ਹਰਿਆਣਾ ਵਾਲੇ ਪਾਸੇ ਜਿਹੜੇ ਕਿਸਾਨ ਉਹ ਬੈਠੇ ਹੋਏ ਨੇ। ਪ੍ਰਦਰਸ਼ਨ ਲਗਾਤਾਰ 26 ਨਵੰਬਰ, ਪਿਛਲੇ ਸਾਲ 26 ਨਵੰਬਰ ਤੋਂ ਲਗਾਤਾਰ ਜਾਰੀ ਹੈ। 7 ਮਹੀਨੇ ਤੋਂ ਜ਼ਿਆਦਾ ਦਾ ਸਮਾਂ ਹੋ ਚੱਲਿਆ ਤੇ ਇਸ ਵਿਚਾਲੇ ਬਿਆਨਬਾਜ਼ੀ ਲਗਾਤਾਰ ਹੁੰਦੀ ਰਹੀ ਹੈ ਤੇ ਹੁਣ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਦਾ ਬਿਆਨ ਸਾਹਮਣੇ ਆਇਆ। ਵਰਦੇ ਹੋਏ ਨਜ਼ਰ ਆਏ ਨੇ ਪ੍ਰਦਰਸ਼ਨਕਾਰੀਆਂ ਦੇ ਉੱਤੇ। ਕਹਿ ਰਹੇ ਨੇ ਕਿ ਪ੍ਰਦਰਸ਼ਨਕਾਰੀਆਂ ਨੇ ਕਿਸਾਨ ਜੋ ਪਵਿੱਤਰ ਸ਼ਬਦ ਹੈ ਉਸ ਨੂੰ ਹੀ ਬਦਨਾਮ ਕਰ ਦਿੱਤਾ ਹੈ। ਇਲਜ਼ਾਮ ਲਗਾਏ ਜਾ ਰਹੇ ਨੇ ਹਰਿਆਣਾ ਦੇ ਸੀਐਮ ਦੇ ਵੱਲੋਂ ਕਿ ਇੱਜ਼ਤ ਲੁੱਟੀ ਜਾ ਰਹੀ ਹੈ ਇਸ ਥਾਂ ਦੇ ਉੱਤੇ ਜਿੱਥੇ ਅੰਦੋਲਨ ਚੱਲ ਰਿਹਾ ਹੈ। ਤੇ ਨਾਲ ਹੀ ਇੱਕ ਹੋਰ ਵੱਡਾ ਬਿਆਨ ਵੀ ਦਿੱਤਾ ਗਿਆ ਮਨੋਹਰ ਲਾਲ ਖੱਟਰ ਦੇ ਵੱਲੋਂ। ਉਹਨਾਂ ਨੇ ਕਿਹਾ ਕਿ ਜਿਸ ਦਿਨ ਟਕਰਾਅ ਹੋਇਆ ਸਬਰ ਫਿਰ ਟੁੱਟ ਜਾਵੇਗਾ। ਇਹ ਬਹੁਤ ਵੱਡੀ ਸਟੇਟਮੈਂਟ ਤੁਸੀਂ ਕਹਿ ਸਕਦੇ ਹੋ ਮਨੋਹਰ ਲਾਲ ਖੱਟਰ ਦੀ। ਕੀ ਕੁਝ ਉਹਨਾਂ ਨੇ ਕਿਹਾ ਤੁਹਾਨੂੰ ਸੁਣਾਉਂਦੇ ਹਾਂ। कठिनाई समझ रहा हूँ वो ये कि किसान शब्द जो है ना, ये बड़ा पवित्र शब्द है। किसान के प्रति एक श्रद्धा आस्था ये सबकी है। मैं ये नहीं कहता कि उनकी नहीं है। जो आंदोलनकारी नेता है उनकी भी है, हमारी भी है, आम जनता की भी है, सरकारों की है, सबकी है। लेकिन इस आंदोलन का एक दुखद पहलू ये निकल आया है कि इस आंदोलन के साथ कई प्रकार की ऐसी दुर्घटनाएं हो गई हैं कि जो इस शब्द को भी बदनाम करने के लिए और लोग मुंह खोलने लगे हैं। यानी तरह तरह की जो घटनाएं हैं आप लोग देख रहे हैं कि बहन बेटियों की इज्जत लूटी जा रही है, मर्डर तक हो गए हैं। लोगों के साथ, स्थानीय लोगों के साथ विवाद, रास्ता छोड़ेंगे नहीं छोड़ेंगे, पंचायतें होने लग गई हैं। आपस में एक दूसरे के विरोध में इनकी भाषाएं चलने लग गई हैं। सरकार के साथ टकराव, अलोकतांत्रिक तरीके से जो काम करने का उनका विषय है, इसकी मैं निंदा करता हूं।
ਤਾਂ ਹਰਿਆਣਾ ਦੇ ਮੁੱਖ ਮੰਤਰੀ ਦੀ ਇਹ ਵੱਡੀ ਸਟੇਟਮੈਂਟ ਹੈ ਕਿਉਂਕਿ ਕਿਸਾਨਾਂ ਦਾ ਅੰਦੋਲਨ ਚੱਲ ਰਿਹਾ ਹੈ, ਗੱਲਬਾਤ ਰੁਕੀ ਹੋਈ ਹੈ। 22 ਜਨਵਰੀ ਤੋਂ ਬਾਅਦ ਸਰਕਾਰ, ਕੇਂਦਰ ਦੀ ਸਰਕਾਰ ਤੇ ਕਿਸਾਨਾਂ ਦੇ ਵਿਚਾਲੇ ਕੋਈ ਗੱਲਬਾਤ ਨਹੀਂ ਹੋਈ ਤੇ ਇਸ ਵਿਚਾਲੇ ਸਵਾਲ ਇਹ ਹੈ ਕਿ ਗੱਲਬਾਤ ਕਦੋਂ ਹੋਵੇਗੀ। ਪਰ ਹੁਣ ਬਿਆਨਬਾਜ਼ੀਆਂ, ਤਿੱਖੀਆਂ ਬਿਆਨਬਾਜ਼ੀਆਂ ਜ਼ਰੂਰ ਸ਼ੁਰੂ ਹੋ ਗਈਆਂ ਨੇ। ਮਨੋਹਰ ਲਾਲ ਖੱਟਰ ਦੀ ਇਹ ਸਟੇਟਮੈਂਟ ਹਰਿਆਣਾ ਦੇ ਮੁੱਖ ਮੰਤਰੀ ਨੇ ਤੇ ਉਹਨਾਂ ਦੇ ਵੱਲੋਂ ਇਹ ਜ਼ਿਕਰ ਕੀਤਾ ਗਿਆ ਕਿ ਅੰਦੋਲਨ ਦੇ ਵਿੱਚ ਕੁਝ ਅਜਿਹੇ ਅੰਸਰ ਵੜ ਚੁੱਕੇ ਨੇ ਜੋ ਬਦਨਾਮ ਕਰ ਰਹੇ ਨੇ ਤੇ ਉਹਨਾਂ ਨੇ ਇਹ ਵੀ ਕਿਹਾ ਕਿ ਪ੍ਰਦਰਸ਼ਨਕਾਰੀਆਂ ਨੇ ਕਿਸਾਨ ਜੋ ਪਵਿੱਤਰ ਸ਼ਬਦ ਹੈ ਉਸ ਸ਼ਬਦ ਨੂੰ, ਉਸ ਕਿਸਾਨ ਸ਼ਬਦ ਨੂੰ ਬਦਨਾਮ ਕਰਕੇ ਰੱਖ ਦਿੱਤਾ ਹੈ। ਇੱਥੋਂ ਤੱਕ ਕਿਹਾ ਗਿਆ ਕਿ ਤੁਸੀਂ ਅੰਦੋਲਨ ਦੀ ਥਾਂ ਦੇ ਉੱਤੇ ਦੇਖੋ, ਮਨੋਹਰ ਲਾਲ ਖੱਟਰ ਇਹ ਦਾਅਵਾ ਕਰਦੇ ਨਜ਼ਰ ਆ ਰਹੇ ਸੀ ਕਿ ਤੁਸੀਂ ਅੰਦੋਲਨ ਵਾਲੀ ਥਾਂ ਦੇ ਉੱਤੇ ਦੇਖੋ, ਉੱਥੇ ਮਰਡਰ ਵਰਗੀ ਜਿਹੜੀ ਘਟਨਾ ਸਾਹਮਣੇ ਆਈ, ਉੱਥੇ ਰੇਪ ਦਾ ਮਾਮਲਾ ਸਾਹਮਣੇ ਆਇਆ ਤੇ ਇਸ ਦੇ ਨਾਲ ਨਾਲ ਉਹਨਾਂ ਦੇ ਵੱਲੋਂ ਇੱਕ ਹੋਰ ਸਟੇਟਮੈਂਟ ਦਿੱਤੀ ਗਈ ਤੇ ਕਿਹਾ ਕਿ ਜਿਸ ਦਿਨ ਟਕਰਾਅ ਹੋਇਆ ਉਸ ਦਿਨ ਫਿਰ ਸਬਰ ਦਾ ਬੰਨ ਟੁੱਟ ਜਾਏਗਾ। ਇਸ ਦੇ ਕੀ ਮਾਇਨੇ ਕੱਢੇ ਜਾਣ, ਕੀ ਇਸ ਦਾ ਮਤਲਬ ਕੱਢਿਆ ਜਾਵੇ, ਇੱਕ ਸਵਾਲ ਜ਼ਰੂਰ ਹੈ। ਪਰ ਕਿਵੇਂ ਹੱਲ ਹੋਏਗਾ ਇਹ ਪੂਰਾ ਮਸਲਾ? ਬਿਆਨਬਾਜ਼ੀਆਂ ਦੇ ਨਾਲ ਹੱਲ ਤਾਂ ਨਹੀਂ ਹੋਣਾ, ਉਹ ਚਾਹੇ ਬਿਆਨਬਾਜ਼ੀ ਕਿਸੇ ਵੀ ਧਿਰ ਦੇ ਵੱਲੋਂ ਕੀਤੀ ਜਾਵੇ, ਚਾਹੇ ਬੀਜੇਪੀ ਦੇ ਆਗੂ ਕਰਨ, ਹਰਿਆਣਾ ਦੇ ਮੁੱਖ ਮੰਤਰੀ ਕਰਨ ਜਾਂ ਫਿਰ ਦੂਜੇ ਪਾਸੇ ਕਿਸਾਨ ਆਗੂ ਕਰਨ। ਕੋਈ ਵੀ ਬਿਆਨਬਾਜ਼ੀ ਕਰੇ, ਸਿਰਫ ਬਿਆਨਬਾਜ਼ੀ ਦੇ ਨਾਲ ਤਾਂ ਮਸਲਾ ਹੱਲ ਨਹੀਂ ਹੋਣਾ। ਮਸਲਾ ਗੱਲਬਾਤ ਦੇ ਨਾਲ ਹੱਲ ਹੋਏਗਾ। ਗੱਲਬਾਤ ਕਿਵੇਂ ਅੱਗੇ ਤੁਰੇਗੀ, ਕਿਵੇਂ ਮੁੜ ਤੋਂ ਲੀਹਾਂ ਦੇ ਉੱਤੇ ਪਰਤੇਗੀ, ਇੱਕ ਵੱਡਾ ਸਵਾਲ ਹੈ। 22 ਜਨਵਰੀ ਦਾ ਦਿਨ ਜਦੋਂ ਕਿ ਵਿਗਿਆਨ ਭਵਨ ਦੇ ਵਿੱਚ ਕਿਸਾਨਾਂ ਤੇ ਕੇਂਦਰ ਦੇ ਵਿਚਾਲੇ ਮੁਲਾਕਾਤ ਹੁੰਦੀ ਹੈ, ਆਖਰੀ ਵਾਰੀ ਗੱਲਬਾਤ ਹੁੰਦੀ ਹੈ, ਉਸ ਤੋਂ ਬਾਅਦ ਗੱਲਬਾਤ ਹੀ ਨਹੀਂ ਹੋਈ। 5 ਮਹੀਨੇ ਤੋਂ ਜ਼ਿਆਦਾ ਦਾ ਸਮਾਂ ਹੋ ਚੱਲਿਆ ਹੈ ਤੇ ਇਸ ਵਿਚਾਲੇ ਹੁਣ ਹਰਿਆਣਾ ਦੇ ਮੁੱਖ ਮੰਤਰੀ ਦੀ ਇਹ ਵੱਡੀ ਸਟੇਟਮੈਂਟ। ਰੁਕ ਕਰਦੇ ਹਾਂ, ਇਸ ਸਮੇਂ ਫੋਨ ਲਾਈਨ ਤੇ ਸਾਡੇ ਨਾਲ ਨੇ ਹਰਿੰਦਰ ਸਿੰਘ ਲੱਖੋਵਾਲ ਜੀ, ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਦੇ ਵੱਡੇ ਆਗੂ ਨੇ ਤੇ ਸੰਯੁਕਤ ਕਿਸਾਨ ਮੋਰਚੇ ਦੇ ਨਾਲ ਜੁੜੇ ਹੋਏ ਨੇ। ਲੱਖੋਵਾਲ ਸਾਹਿਬ, ਸਵਾਗਤ ਹੈ ਤੁਹਾਡਾ। ਫਸਟ ਰਿਐਕਸ਼ਨ ਜੋ ਹਰਿਆਣਾ ਦੇ ਮੁੱਖ ਮੰਤਰੀ ਦੀ ਸਟੇਟਮੈਂਟ ਆਈ ਹੈ। ਹਾਂਜੀ ਲੱਖੋਵਾਲ ਸਾਹਿਬ, ਆਵਾਜ਼ ਆ ਰਹੀ ਹੈ ਮੇਰੀ? ਆ ਰਹੀ ਹੈ ਜੀ, ਆ ਰਹੀ ਜੀ। ਹਰਿਆਣਾ ਦੇ ਮੁੱਖ ਮੰਤਰੀ ਦਾ ਬਿਆਨ ਸਾਹਮਣੇ ਆਇਆ ਹੈ, ਉਹ 2-3 ਗੱਲਾਂ ਕਹਿ ਰਹੇ ਨੇ। ਕਹਿੰਦੇ ਦੇਖੋ ਕਿਸਾਨ ਵਰਗਾ ਪਵਿੱਤਰ ਸ਼ਬਦ ਬਦਨਾਮ ਕਰ ਦਿੱਤਾ ਪ੍ਰਦਰਸ਼ਨਕਾਰੀਆਂ ਨੇ। ਕਹਿੰਦੇ ਇੱਥੇ ਜਿਹੜੀਆਂ ਬੱਚਿਆਂ ਦੀ ਇੱਜ਼ਤ ਲੁੱਟੀ ਜਾ ਰਹੀ ਹੈ, ਇਹ ਸਟੇਟਮੈਂਟ ਹੈ ਹਰਿਆਣਾ ਦੇ ਮੁੱਖ ਮੰਤਰੀ ਦੀ। ਕਹਿੰਦੇ ਇੱਥੇ ਮਰਡਰ ਹੋ ਰਹੇ ਨੇ, ਬਦਨਾਮ ਕਰਤਾ ਪ੍ਰਦਰਸ਼ਨਕਾਰੀਆਂ ਨੇ ਕਿਸਾਨ ਪਵਿੱਤਰ ਸ਼ਬਦ ਨੂੰ। ਕੋਈ ਬਦਨਾਮ ਨਹੀਂ ਕੀਤਾ, ਇਹਨੂੰ ਪਤਾ ਨਹੀਂ ਕੀ ਹਫ਼ਤੇ ਕੇ ਬਾਅਦ ਦੌਰਾ ਪੈ ਜਾਂਦਾ। ਮੁੱਖ ਮੰਤਰੀ ਇਹੋ ਜਿਹੇ ਬਿਆਨ ਸਾਡੇ ਦੇ ਦਿੰਦਾ, ਕਿਸਾਨ ਕਿਵੇਂ ਇਹੋ ਜਿਹੀ ਧਰਤੀ ਗਰਮ 'ਚ ਬੈਠੇ ਨੇ। ਸਿੰਘੂ ਬਾਰਡਰ ਤੇ ਮੈਂ ਬੈਠਾ, ਇਹਨੂੰ ਦਿਖਾਇਆ ਵੀ ਅਸੀਂ ਚੰਡੀਗੜ੍ਹ ਦੇ ਵਿੱਚ ਵੀ ਕਿਵੇਂ ਕਿਸਾਨ ਆ ਰਹੇ ਆ। ਕਿਸਾਨ ਸ਼ਬਦ ਪਵਿੱਤਰ ਤੋਂ ਨਹੀਂ ਹੋਰ ਪਵਿੱਤਰ ਹੋ ਰਿਹਾ। ਚੰਡੀਗੜ੍ਹ ਇੱਕ ਅਸੀਂ 8-10 ਹਜ਼ਾਰ ਬੰਦੇ ਦੀ ਕਾਲ ਦਿੱਤੀ ਸੀ, ਕਿੱਥੇ 40-50 ਹਜ਼ਾਰ ਬੰਦਾ ਆਇਆ। ਇਹੋ ਜਿਹੀਆਂ ਕਾਲਾਂ ਤੇ ਬੰਦੇ ਆ ਰਹੇ ਆ। ਕੋਈ ਕਿਸੇ ਨਾਲ ਮਾੜਾ ਵਿਹਾਰ ਨਹੀਂ ਕੀਤਾ ਜਾਂਦਾ, ਕਿਸੇ ਦੇ ਮਾੜੀ ਅੱਖ ਨਾਲ ਨਹੀਂ ਦੇਖਿਆ ਜਾਂਦਾ ਤੇ ਇਹ ਜਾਣਬੁੱਝ ਕੇ ਅੰਦੋਲਨ ਨੂੰ ਖਰਾਬ ਕਰ ਰਹੇ ਨੇ। ਅੰਦੋਲਨ ਸਾਡਾ ਅੱਗੇ ਵਧ ਰਿਹਾ, ਅਸੀਂ ਪੱਕੇ ਤੌਰ ਤੇ ਉਹਨਾਂ 'ਚ ਬੈਠੇ ਰਹਾਂਗੇ ਜਿੰਨਾ ਚਿਰ ਇਹ ਸਾਨੂੰ ਕਾਨੂੰਨ ਰੱਦ ਨਹੀਂ ਕਰਦੇ। ਨਹੀਂ ਲੱਖੋਵਾਲ ਸਾਹਿਬ, ਇੱਕ ਹੋਰ ਸਟੇਟਮੈਂਟ ਹੈ, ਇੱਕ ਹੋਰ ਬਿਆਨ ਹੈ। ਉਹ ਕਹਿੰਦੇ ਕਿ ਜਿਸ ਦਿਨ ਸਾਡਾ ਟਕਰਾਅ ਹੋ ਗਿਆ ਫਿਰ ਉਸ ਦਿਨ ਸਬਰ ਦਾ ਬੰਨ ਟੁੱਟ ਜਾਏਗਾ। ਇਸ ਨੂੰ ਕਿਵੇਂ ਦੇਖਦੇ ਹੋ ਤੁਸੀਂ? ਇਹ ਤਾਂ ਬਹੁਤ ਵੱਡੀ ਸਟੇਟਮੈਂਟ ਹੈ। ਨਹੀਂ, ਕਿਹੜਾ ਟਕਰਾਅ ਕਰਕੇ ਦੇਖ ਲੈਣ, ਟਕਰਾਅ ਕਰਕੇ ਆ ਲੈਣ, ਸਾਨੂੰ ਦੱਸਣਾ। ਇਹਨਾਂ ਦਾ ਜਹਾਜ਼ ਨਹੀਂ ਉਤਰਨ ਦਿੰਦੇ, ਆਪਦੇ ਹਰਿਆਣੇ 'ਚ ਠੀਕ ਕਰ ਲਵੇ ਇਕੱਲਾ, ਇਹਦਾ ਸਟੇਟ ਦੇ ਵਿੱਚ ਇਹਨੂੰ ਕੋਈ ਉਤਰਨ ਦਿੰਦਾ? ਦੱਸੇ ਸਾਨੂੰ ਕਿੱਥੇ ਆਉਣਾ, ਅਸੀਂ ਆ ਜਾਂਦੇ ਹਾਂ, ਉੱਥੇ ਆ ਜਾਂਦੇ ਜਿਹਨੇ ਟਕਰਾਅ ਕਰਨਾ। ਜੀ ਜੀ। ਲੱਖੋਵਾਲ ਸਾਹਿਬ ਸਾਡੇ ਨਾਲ ਜੁੜੇ ਰਹੋ, ਮੈਂ ਤੁਹਾਨੂੰ ਸੁਣਵਾਉਣਾ ਹੈ ਕਿ ਕੀ ਕੁਝ ਕਿਹਾ ਗਿਆ ਹੈ ਹਰਿयाणा ਦੇ ਮੁੱਖ ਮੰਤਰੀ ਦੇ ਵੱਲੋਂ। ਇੱਕ ਵਾਰ ਤੁਹਾਨੂੰ ਬਿਆਨ ਸੁਣਵਾਉਂਦੇ ਹਾਂ ਅਸੀਂ। जो मैं अपने मन में कठिनाई समझ रहा हूँ वो ये कि किसान शब्द जो है ना, ये बड़ा पवित्र शब्द है। किसान के प्रति एक श्रद्धा, आस्था ये सबकी है। मैं ये नहीं कहता कि उनकी नहीं है, जो आंदोलनकारी नेता है उनकी भी है, हमारी भी है, आम जनता की भी है, सरकारों की है, सबकी है। लेकिन इस आंदोलन का एक दुखद पहलू ये निकल आया है कि इस आंदोलन के साथ कई प्रकार की ऐसी दुर्घटनाएं हो गई हैं कि जो इस शब्द को भी बदनाम करने के लिए और लोग मुंह खोलने लगे हैं। यानी तरह तरह की जो घटनाएं हैं आप लोग देख रहे हैं कि बहन बेटियों की इज्जत लूटी जा रही है, मर्डर तक हो गए हैं, लोगों के साथ, स्थानीय लोगों के साथ विवाद, रास्ता छोड़ेंगे नहीं छोड़ेंगे, पंचायतें होने लग गई हैं, आपस में एक दूसरे के विरोध में इनकी भाषाएं चलने लग गई हैं, सरकार के साथ टकराव, अलोकतांत्रिक तरीके से जो काम करने का उनका विषय है, इसकी मैं निंदा करता हूं। इसमें नौकरियां हैं। ਨੇ ਤੇ ਇਸ ਵਿਚਾਲੇ ਬੀਜੇਪੀ ਦੇ ਹਰਿਆਣਾ ਬੀਜੇਪੀ ਦੇ ਆਗੂ ਰਮਨ ਮਲਿਕ ਜੀ ਵੀ ਸਾਡੇ ਨਾਲ ਜੁੜ ਰਹੇ ਨੇ। ਮਲਿਕ ਸਾਹਿਬ, ਇਸ ਬਿਆਨ ਦੇ ਮਤਲਬ ਕੀ? ਕਿਉਂਕਿ ਕਿਸਾਨ ਆਗੂ ਕਹਿ ਰਹੇ ਨੇ ਕਿ ਨਹੀਂ, ਇਹ ਤਾਂ ਕੋਈ ਜਿਹੜੇ ਇਲਜ਼ਾਮ ਨੇ ਇਹਨਾਂ ਦੇ ਵਿੱਚ ਕੋਈ ਦਾਮੀ ਨਹੀਂ,
ਇਹ ਅੰਦੋਲਨ ਨੂੰ ਬਦਨਾਮ ਕਰਨ ਦੀ ਸਾਜ਼ਿਸ਼ ਹੈ बीजेपी ਦੀ। देखिए, ये सारे के सारे जितने हैं, क्या राकेश टिकैत जो है, राकेश बालियान रादर, टिकैत तो सिर्फ नरेश टिकैत हैं क्योंकि टिकैत की पगड़ी उन्हें मिली। चाहे वो रज्जोवाल जैसा झूठा आदमी है जो कि किसान आंदोलन के बीच में जात पात को लेकर आता है, या वो चरूनी जैसा व्यक्ति है जो आड़तियों का यार है और खुद भी राजनीतिक व्यक्ति है। राकेश टिकैत भी चुनाव लड़ा हुआ व्यक्ति है, और जिस प्रकार से बाकी चीजें हैं, और ये पॉलिटिकल पार्टी से हैं। कोई बीकेयू के अंतर्गत लड़े होते तो अलग बात होती जी, लेकिन ये पॉलिटिकल पार्टी से लड़े हुए लोग हैं। अब उसके अलावा अगर आप देखें तो जिस प्रकार की घटना हो रही है, आपको किसी ने रोका क्या? आप संवैधानिक तौर से और गैर संवैधानिक तौर से अपना आंदोलन कर रहे हैं जी। आप सड़कें रोक के, नेशनल हाईवे रोक के बैठे हुए हैं। आपको किसी ने बल प्रयोग करा? नहीं करा। लेकिन आप जब व्यक्तिगत प्रॉपर्टीज के बीच में आप अपना कार्यक्रम करिए, हम अपना कार्यक्रम कर रहे हैं जी। आप हमारे कार्यक्रम में आके विरोध प्रदर्शन करना, झंडे दिखाइए, काला झंडा दिखा दीजिए। इससे ज्यादा विरोध प्रदर्शन नहीं, नहीं मलिक साहब, मैं बीच में रोक रहा हूं। अब दोनों चीजों को मिक्स कर रहे हैं। एक तो वो विरोध कर रहे हैं, इसके ऊपर एतराज है, लेकिन स्टेटमेंट इससे बिल्कुल अलग है मुख्यमंत्री की। देखिए, मैं जो बात कर रहा हूं, मेरे को पूरी बात करने दीजिए गौरव जी, बीच में ना रोकें। मैं जो चीज बात करने लगा हूं वो ये है कि जब आप मेरे प्राइवेट प्रॉपर्टी में घुसते हैं जी, उसकी नींव उघाड़ते हैं, तुम्हारे बाप का माल है क्या जो तुम घुसोगे वहां पे? तुम्हारे को अधिकार क्या है? कौन सी प्राइवेट प्रॉपर्टी का जिक्र आप कर रहे हैं? जो झज्जर में इंसिडेंट हुआ कि धनखड़ जी ने, जो प्रदेश के अध्यक्ष हैं, उन्होंने कार्यालय की नींव रखी और वहां इनके गुर्गे जाके नींव पाड़ दी। मेरे को ये बताओ, ये इनके बाप की जगह थी? ठीक है, प्राइवेट प्रॉपर्टी थी इनकी। जी जी मलिक साहब, मैं आपसे अपील करूंगा, आप थोड़ा सा शब्दों का, मर्यादा का ध्यान जरूर रखिए। गुस्सा करता भाई साहब, अगर आपके घर की नींव कोई उखाड़े, आपको गुस्सा चढ़ेगा? नहीं चढ़ेगा। नहीं सर, ठीक है, आपका गुस्सा जायज है। एक तो आप टीवी के ऊपर हैं, आपको लाखों लोग देख रहे होंगे इस समय, और आपके पास पार्टी का पद है। मैं तो इसलिए बोल रहा हूं, कोई गली मोहल्ले में हम बात नहीं कर रहे। मैं एक रिएक्शन ले लूं, सर। पार्टी मेरी माँ है जी, मेरी पार्टी मेरी माँ है, उसके घर को कोई आके विध्वंस करे जी, मैं कैसे टॉलरेट करूंगा? ठीक है, एक हम रिएक्शन ले लेते हैं। लखोवाल साहब, आवाज आ रही होगी तो तक उम्मीद है। लखोवाल साहब, ਇੱਕ ਤਾਂ ਸਾਨੂੰ ਇਹੋ ਜਿਹੇ ਬੰਦਿਆਂ ਤੋਂ, ਸਾਡੇ ਲੀਡਰਾਂ ਲਈ ਕੋਈ ਸਾਨੂੰ ਸਰਟੀਫਿਕੇਟ ਲੈਣ ਦੀ ਲੋੜ ਨਹੀਂ। ਇਹ ਕੌਣ ਹੁੰਦਾ ਸਾਨੂੰ ਸਰਟੀਫਿਕੇਟ ਨਾਲ ਵਾਲਾ ਵੀ ਰਾਜਾਵਾਲ ਐਸੇ ਹੈ, ਟਿਕੈਤ ਐਸੇ ਹੈ। बीकेयू 40 ਜਥੇਬੰਦੀਆਂ ਹੈ, 500 ਜਥੇਬੰਦੀ ਸਾਡੇ ਨਾਲ ਜੁੜੀ ਹੋਈ ਜਥੇਬੰਦੀ ਆ। ਅਸੀਂ ਕਿਸੇ ਦਾ ਨੁਕਸਾਨ ਨਹੀਂ ਕਰਦੇ। ਸਾਰੇ ਦੇਸ਼, ਸਾਰੇ ਬਾਹਰਲੇ ਦੇਸ਼ਾਂ ਤੱਕ ਅੰਦੋਲਨ ਨੂੰ ਪਵਿੱਤਰ ਅੰਦੋਲਨ ਐਲਾਨਿਆ ਗਿਆ ਹੋਇਆ। ਇਹ ਤੋਂ ਸਰਟੀਫਿਕੇਟ ਇਹੋ ਜਿਹੇ ਘਟੀਆ ਬੰਦੇ ਤੋਂ ਲੈਣ ਦੀ ਸਾਨੂੰ ਲੋੜ ਨਹੀਂ ਹੈਗੀ। ਕੋਈ ਅਸੀਂ ਕਿਸੇ ਦਾ ਨੁਕਸਾਨ ਨਹੀਂ ਕਰਦੇ। ਅਸੀਂ ਆਪਦਾ ਸ਼ਾਂਤਮਈ ਢੰਗ ਦੇ ਨਾਲ ਸੜਕਾਂ ਤੇ ਬੈਠੇ ਆ, कोई किसी का नुकसान नहीं हो रहा। नहीं, लखोवाल साहब, झज्जर वाले इंसिडेंट में लेकर सवाल चुक रहे हैं। गवर्नमेंट ਨਾਲ लड़ाई है, गंदी गवर्नमेंट ਨਾਲ लड़ाई है साडी। वहाँ पे चिट्टे का इस्तेमाल होता है, दारू पी जाती है। आप बोलते हैं आप कुछ गलत नहीं करते हो। कौन चिट्टा पीता? तू चिट्टा दे के आना, तू दारू दे के आना। ਅਸੀਂ ਆਪਦੀ ਪੈਸਿਆਂ ਦੀ दारू ਪੀਂਦੇ ਆ। ਤੂੰ ਦੇ ਕੇ ਆਣਾ दारू? क्यों नहीं पी सकते? क्यों नहीं पी सकते? हाईवे है वो, क्यों नहीं पी सकते? बिकॉज दैट इज अ हाईवे, वो नेशनल हाईवे है जहाँ बैठे हो। तेरे प्यो का हाईवे है, साडा हाईवे है। ओ मेरे पैसों से दिया हुआ है, तुम तो टैक्स भी नहीं देते हो। मैं तो टैक्स देता हूँ। साडे टैक्सां ਨਾਲ ਬਣਿਆ ਹੋਇਆ, ਸਾਡੀਆਂ ਜ਼ਮੀਨਾਂ ਦੇ ਵਿੱਚ ਤੁਹਾਡੀ ਜ਼ਮੀਨਾਂ ਦਾ ਮੁਆਵਜ਼ਾ ਦਿੱਤਾ ਸੀ, ਆਪਣੀ ਤੇ ਨਹੀਂ ਦਿੱਤੀ ਤੁਸੀਂ। ਕੋਈ ਗੱਲ ਨਹੀਂ, ਫਿਰ ਤੇਰੀ ਵੀ ਹੈ ਨਹੀਂ ਗੀ। ਤੂੰ, ਤੈਨੂੰ ਕੀ ਲੱਗਦਾ? अरे मैंने पैसे दिए टैक्स के। तू आ, फिर तेनू बेला करा ला। जा, क्या कराएगा बोल? आ जा सिंगू बॉर्डर। गाली दे के देख। कोई नहीं गाली देता, कोई गाली नहीं देता। नहीं लखोवाल साहब, अरे पैसे टैक्स के दिए हुए लोगों ने, कोई तुम्हारी जमीन थोड़ी है, तुम तो कुछ भी नहीं देते हो। तो हमारा संविधानिक हक है प्रोटेस्ट करने का। ये गवर्नमेंट ने भी ना भाई साहब, आप रैंसम पे तो नहीं होल्ड कर सकते किसी को आप कब्जा के तो नहीं रख सकते ना। आप जहाँ पे स्थान है प्रोटेस्ट करने का, वहां करो। आपको अलग स्थान दिया गया प्रोटेस्ट करने का, आप वहां नहीं करते, आप हाईवे रोक के बैठे हो।
क्यों बैठे हो? और हाईवे मांगे रोक के? मानो, ये क्यों नहीं कहते भी मांगे मानो 3 कानून मारे हैं? नहीं मानो। मांगनी, हर किसान के लिए बेनिफिशियल है। आप कोर्ट जाइए ना, सुप्रीम कोर्ट। संविधान करो तो आप लोग। कहता है कि अगर किसी कानून से दिक्कत है तो आप सुप्रीम कोर्ट में कॉन्स्टिट्यूशनल बेंच के आगे बैठिए और वहां पे गुहार लगाइए कि ये गलत है। नहीं, हमें आपके तो अंदर वो करने की इन्हें हिम्मत नहीं है ठीक है। क्योंकि आप कर नहीं सकते हो। ਮਲਿਕ ਸਾਹਿਬ ਇੱਕ ਵਾਰ ਸੁਣ ਲੀजिए ਲਖੋਵਾਲ ਸਾਹਿਬ ਥੋੜੀ ਜਿਹੀ ਆਪਾਂ ਸ਼ਬਦਾਂ ਦੀ ਮਰਿਆਦਾ ਰੱਖੀਏ। ਸਾਡੀ ਤਾਂ ਕੋਸ਼ਿਸ਼ ਇਹ ਹੁੰਦੀ ਹੈ ਕਿ ਗੱਲਬਾਤ ਹੋ ਸਕੇ ਕਿ ਦੋਵੇਂ ਧਿਰਾਂ ਇਸ ਸਮੇਂ ਕੀ ਸੋਚ ਰਹੀਆਂ ਨੇ, ਕੀ ਕਹਿਣਾ ਚਾਹੁੰਦੀਆਂ ਨੇ। ਲਖੋਵਾਲ ਸਾਹਿਬ, ਝੱਜਰ ਵਾਲੇ ਇਨਸੀਡੈਂਟ ਦੇ ਉੱਤੇ ਵੀ ਉਹਨਾਂ ਨੂੰ ਇਤਰਾਜ਼ ਹੈ ਕਿ ਉਹ ਤਾਂ ਸਾਡਾ ਇੱਕ ਸਾਡਾ ਪ੍ਰੋਟੈਸਟ ਆ, ਸਾਡਾ ਜੀ ਇਹਨੂੰ ਸ਼ਾਂਤਮਈ ਪ੍ਰੋਟੈਸਟ ਕਹਿ ਰਹੀ ਹੈ। किसी के घर की नींव उखाड़नी शांतमयी है? लखोवाल साहब, अगर ये आपका घर होता तो आप क्या करते? नहीं, किसी की घर की नींव नहीं है। घर की नींव है, हमारी प्राइवेट प्रॉपर्टी है बीजेपी की। आप कौन होते हैं उसकी नींव उखाड़ने वाले? ये तो आतंक हो गया ना साहब। ਚਲੋ मैं इस विचाले रोक रहा ਤੁਹਾਨੂੰ ਦੋਨਾਂ ਨੂੰ। मलिक साहब, ये सबर का बांध टूटा, ये स्टेटमेंट के क्या मायने निकाले जाए? मुख्यमंत्री का क्या स्टेटमेंट थी? मुख्यमंत्री कह रहे हैं कि जिस दिन टकराव हुआ, आपको लग रहा है कि टकराव जैसी स्थिति बन रही है? देखिए, अगर ये संवैधानिक तौर पे अपने प्रोटेस्ट को जारी रखते हैं, मेरे जी। को कोई इतराज नहीं, किसी व्यक्ति को कोई इतराज नहीं है, क्योंकि ये अपने अधिकार का प्रयोग कर रहे हैं और उस अधिकार को तोड़ के लांघ के जाने का मेरा अधिकार नहीं है। लेकिन आप एक संवैधानिक तौर पे चुनी हुई सरकार के मंत्रियों को, के विधायकों को, क्योंकि जब विधायक चुना जाता है तो वो स्टेट का होता है, उस विधानसभा का होता है, इज ए रिप्रेजेंटेटिव ऑफ द स्टेट। नहीं, मैं मलिक साहब ये जानना चाह रहा हूं, मैं आखिरी सवाल आपसे पूछ रहा हूं। आपको लग रहा है कि नहीं, आपको टकराव की स्थिति कहां पर लग रही है कि अगली बार अगर किसी का रास्ता रोका या विरोध किया तो फिर टकराव होगा? इनकी गुंडागर्दी और बिहेवियर से क्यों ये इस प्रकार की बातें करते हैं? नहीं सर, प्रदर्शन कर रहे हैं ना वो तो कहते हैं हम शांतमय प्रदर्शन कर रहे हैं। आप अपना विरोध करिए ना। ठीक है गौरव जी, मेरे को ये बताइए, मेरे जी। को आपकी शक्ल अगर अच्छी नहीं लगती तो मैं आपका विरोध करूंगा, ठीक है? लेकिन मैं आके आपको अब्यूज करने लगूं, मैं आपका काम रोकने लगूं, तो आपके अधिकारों का हनन हुआ या नहीं हुआ? ठीक है लखोवाल साहब, एक फाइनल ਤੁਹਾਡੀ ਸਟੇਟਮੈਂਟ ਚਾਹੀਦੀ ਹੈ। ਉਹ ਕਹਿ ਰਹੇ ਕਿ ਜਿੱਥੇ ਵਿਰੋਧ ਕਰ ਰਹੇ ਹੋ ਉੱਥੇ ਜ਼ਿਆਦਾ ਦਿੱਕਤ ਹੈ ਕਿ ਜਿਹੜੇ ਸਾਡੇ ਪਰਸਨਲ ਪ੍ਰੋਗਰਾਮਸ ਹੁੰਦੇ ਨੇ, ਪਾਰਟੀ ਦੇ ਪ੍ਰੋਗਰਾਮ ਹੁੰਦੇ ਨੇ, ਉੱਥੇ ਜਾ ਕੇ ਜਿਹੜਾ ਵਿਰੋਧ ਕਰਦੇ ਹੋ ਉੱਥੋਂ ਬਹੁਤ ਪ੍ਰੋਬਲਮ ਹੈ। ਤੁਸੀਂ ਪ੍ਰੋਟੈਸਟ ਕਰ ਰਹੇ ਹੋ, ਕਰੋ। ਕਾਨੂੰਨ ਵਾਪਸ ਨਹੀਂ ਹੁੰਦੇ, ਐਮਐਸਪੀ ਤੇ ਕਾਨੂੰਨ ਨਹੀਂ ਵਾਪਸ ਕਰਦਾ। ਇਹਨਾਂ ਦੀ ਸਰਕਾਰ ਆ, ਇਹਨਾਂ ਦਾ ਵਿਰੋਧ ਜੀ ਲਖੋਵਾਲ ਸਾਹਿਬ, ਥੋੜੇ ਨੈਟਵਰਕ ਦਾ ਇਸ਼ੂ ਰਿਹਾ, ਤੁਹਾਡੀ ਆਵਾਜ਼ ਥੋੜੀ ਕੱਟ ਕੇ ਆ ਰਹੀ ਸੀ, ਹੁਣ ਨਹੀਂ ਆ ਰਹੀ ਆਵਾਜ਼। ਚਲੋ ਮੈਂ ਮਾਫੀ ਚਾਹੁੰਦਾ, ਵਿਚਾਲੇ ਰੋਕ ਰਿਹਾ ਤੁਹਾਨੂੰ। ਧੰਨਵਾਦ ਸਾਡੇ ਨਾਲ ਜੁੜਨ ਦੇ ਲਈ। ਮਲਿਕ ਸਾਹਿਬ, ਤੁਹਾਡਾ ਵੀ ਧੰਨਵਾਦ ਸਾਡੇ ਨਾਲ ਜੁੜਨ ਦੇ ਲਈ। ਬਹੁਤ ਸੰਵੇਦਨਸ਼ੀਲ ਮੁੱਦਾ ਹੈ ਇਹ, ਜਿਸ ਦੇ ਉੱਤੇ ਜ਼ਿਕਰ ਹੋ ਰਿਹਾ ਹੈ, ਕਿਉਂਕਿ ਕਿਸਾਨ ਆਪਣੇ ਘਰ-ਬਾਰ ਛੱਡ ਕੇ ਪਿਛਲੇ 7 ਮਹੀਨਿਆਂ ਤੋਂ ਧਰਨੇ ਪ੍ਰਦਰਸ਼ਨ ਕਰ ਰਹੇ ਨੇ ਦਿੱਲੀ ਦੇ ਬਰੂਹਾਂ ਦੇ ਉੱਤੇ, ਬਾਰਡਰਾਂ ਦੇ ਉੱਤੇ। ਸਵਾਲ ਇਹੀ ਹੈ ਕਿ ਕਿਵੇਂ ਇਸ ਪੂਰੇ ਮਸਲੇ ਦਾ ਹੱਲ ਹੋਏਗਾ, ਕਿ ਵਾਕਈ ਬਿਆਨਬਾਜ਼ੀਆਂ ਦੇ ਨਾਲ ਹੱਲ ਹੋ ਜਾਏਗਾ, ਕਿ ਵਾਕਈ ਇਸ ਤਰੀਕੇ ਦੇ ਨਾਲ ਜੇਕਰ ਕੋਈ ਸਟੇਟਮੈਂਟ ਦਿੱਤੀ ਜਾਂਦੀ ਹੈ ਉਸ ਦੇ ਨਾਲ ਕੋਈ ਹੱਲ ਹੋ ਜਾਏਗਾ? ਲਾਜ਼ਮੀ ਤੌਰ ਤੇ ਨਹੀਂ। ਇਸ ਦੇ ਲਈ ਗੱਲਬਾਤ ਤਾਂ ਸ਼ੁਰੂ ਕਰਨੀ ਹੀ ਹੋਏਗੀ, ਪਰ ਉਹ ਗੱਲਬਾਤ ਕਦੋਂ ਹੁੰਦੀ ਹੈ, ਕਿਵੇਂ ਹੁੰਦੀ ਹੈ, ਕੌਣ ਸ਼ੁਰੂ ਕਰਦਾ ਹੈ, ਕੌਣ ਪਹਿਲ ਕਰਦਾ ਹੈ, ਉਹ ਸਭ ਦੇ ਉੱਤੇ ਹਰ ਕਿਸੇ ਦੀ ਇਸ ਸਮੇਂ ਨਜ਼ਰ ਹੈ। ਛੋਟੇ ਜਿਹੇ ਬ੍ਰੇਕ ਲਈ ਰੁਕਦੇ ਹਾਂ, ਵਾਪਸ ਆਵਾਂਗੇ ਕੁਝ ਹੋਰ ਖਬਰਾਂ ਦੇ ਨਾਲ।